ਜਦ ਬਹੁਤ ਲੋਕ ਦੂਰ ਦੂਰ ਤੋਂ ਆਣ ਕੇ ਗੋਇੰਦਵਾਲ ਕੰਮ ਕਰਨ ਲੱਗ ਪਏ ਤਾਂ ਇੱਕ ਦਿਨ ਬੱਲੂ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਭ ਤੋਂ ਨੇੜੇ ਦਾ ਸੇਵਕ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ, ਲੋਕ ਆਪਣੇ ਰਹਿਣ ਵਾਸਤੇ ਘਰ ਬਣਵਾਉਣਾ ਚਾਹੁੰਦੇ ਹਨ, ਪਰ ਲੱਕੜੀ ਦੀ ਥੁੜ ਕਰਕੇ ਬੜੇ ਦੁਖੀ ਹਨ। ਲੱਕੜ ਦੀ ਬਹੁਤ ਲੋੜ ਹੈ। ਜੇ ਮਿਲ ਜਾਵੇ ਤਾਂ ਲੋਕ ਆਪਣੀ ਇੱਛਾ ਅਨੁਸਾਰ ਘਰਾਂ ਦੀ ਉਸਾਰੀ ਕਰਕੇ ਆਪਣੇ ਬਾਲ ਬੱਚੇ ਦਾ ਵਸੇਬਾ ਕਰ ਲੈਣ। ਗੁਰੂ ਜੀ ਨੇ ਕਿਹਾ, ਅੱਛਾ, ਹੁਣੇ ਪ੍ਰਬੰਧ ਕਰ ਦਿੰਦੇ ਹਾਂ। ਗੁਰੂ ਜੀ ਨੇ ਆਪਣੇ ਭਤੀਜੇ ਸਾਵਨ ਮੱਲ ਨੂੰ ਸੱਦ ਕੇ ਆਖਿਆ, ਤੁਸੀਂ ਰਿਆਸਤ ਹਰੀਪੁਰ ਦੇ ਰਾਜੇ ਪਾਸ ਜਾਓ ਅਤੇ ਉੱਥੋਂ ਮਕਾਨਾਂ ਦੇ ਵਰਤਣ ਵਿੱਚ ਆਉਣ ਵਾਲੀ ਲੱਕੜ ਦੇ ਗੱਠੇ ਬੰਨ੍ਹ ਕੇ ਦਰਿਆ ਬਿਆਸਾ ਰਾਹੀਂ ਭੇਜਣ ਦਾ ਪ੍ਰਬੰਧ ਕਰੋ। ਸਾਵਨ ਮੱਲ ਨੇ ਕਿਹਾ, ਮਹਾਰਾਜ, ਪਹਾੜੀਏ ਲੋਕ ਪੱਥਰ ਪੂਜਦੇ ਹਨ, ਉਹ ਗੁਰੂ ਪੂਜਾ ਦੇ ਪੁਜਾਰੀ ਨਹੀਂ ਹਨ। ਇਸ ਕਰਕੇ ਲੱਕੜ ਖਰੀਦਣ ਵਾਸਤੇ ਬਹੁਤ ਧਨ ਚਾਹੀਦਾ ਹੈ ਅਤੇ ਆਦਮੀ ਵੀ ਬਹੁਤ ਚਾਹੀਦੇ ਹਨ। ਜਾਂ ਫਿਰ ਮੇਰੇ ਪਾਸ ਕਰਾਮਾਤ ਹੋਵੇ ਜਿਸ ਨਾਲ ਰਾਜੇ ਨੂੰ ਸਿੱਖ ਕਰਕੇ ਆਪਣੇ ਅਨੁਸਾਰੀ ਕਰਕੇ ਲੋੜ ਅਨੁਸਾਰ ਲੱਕੜ ਭੇਜੀ ਜਾਵੇ। ਸਾਵਣ ਮੱਲ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਜਿਸ ਤਰ੍ਹਾਂ ਤੂੰ ਚਾਹੇਗਾ ਉਸ ਤਰ੍ਹਾਂ ਹੀ ਹੋਵੇਗਾ। ਸਭ ਸ਼ਕਤੀਆਂ ਤੇਰੇ ਅਧੀਨ ਹੋਣਗੀਆਂ। ਗੁਰੂ ਜੀ ਦੇ ਇਹਨਾਂ ਬਚਨਾਂ ਨਾਲ ਹੀ ਸਾਵਣ ਮੱਲ ਜੀ ਨੂੰ ਮਹਾਨ ਸ਼ਕਤੀ ਪ੍ਰਾਪਤ ਹੋ ਗਈ ਅਤੇ ਸਾਵਣ ਮੱਲ ਜੀ ਹਰੀਪੁਰ ਨੂੰ ਜਾਣ ਵਾਸਤੇ ਤਿਆਰ ਹੋ ਗਏ। ਜਦ ਇਸ ਗੱਲ ਦਾ ਸਾਵਣ ਮੱਲ ਦੀ ਮਾਤਾ ਨੂੰ ਪਤਾ ਲੱਗਾ ਤਾਂ ਉਸਨੇ ਗੁਰੂ ਜੀ ਨੂੰ ਹੱਥ ਜੋੜ ਕੇ ਆਖਿਆ ਕਿ ਮੇਰਾ ਪੁੱਤਰ ਅਣਜਾਣ ਹੈ, ਇਸ ਨੂੰ ਪਹਾੜ ਵੱਲ ਨਾ ਭੇਜੋ। ਉੱਥੇ ਡੈਣਾ ਤੇ ਭੂਤ ਪ੍ਰੇਤ ਬਹੁਤ ਰਹਿੰਦੇ ਹਨ, ਇਸ ਨੂੰ ਪਰਦੇਸੀ ਜਾਣ ਕੇ ਖਾ ਜਾਣਗੇ। ਮੇਰਾ ਇੱਕੋ ਇੱਕ ਪੁੱਤਰ ਹੈ, ਤੁਸੀਂ ਹੋਰ ਕਿਸੇ ਸਿਆਣੇ ਸਿੱਖ ਨੂੰ ਭੇਜ ਦਿਓ। ਗੁਰੂ ਜੀ ਨੇ ਹੱਸ ਕੇ ਕਿਹਾ, ਸਾਵਣ ਮੱਲ ਨੂੰ ਉਹ ਸ਼ਕਤੀ ਦੇ ਦਿੱਤੀ ਹੈ ਜਿਸ ਅੱਗੇ ਭੂਤਾਂ ਪ੍ਰੇਤਾਂ ਤੇ ਡੈਣਾ ਦਾ ਕੋਈ ਜ਼ੋਰ ਨਹੀਂ ਚੱਲੇਗਾ। ਸਭ ਇਸ ਤੋਂ ਡਰ ਕਰਕੇ ਦੂਰ ਰਹਿਣਗੇ। ਉਪਰੰਤ ਗੁਰੂ ਜੀ ਨੇ ਸਾਵਣ ਮੱਲ ਨੂੰ ਸੱਦ ਕੇ ਆਪਣਾ ਇੱਕ ਰੁਮਾਲ ਦਿੱਤਾ ਤੇ ਆਖਿਆ ਕਿ ਇਸ ਦੀ ਸ਼ਕਤੀ ਨਾਲ ਜੇ ਕਿਸੇ ਨੂੰ ਮਾਰਨਾ ਚਾਹੇਗਾ ਤਾਂ ਮਰ ਜਾਏਗਾ, ਜੇ ਕਿਸੇ ਮੁਰਦੇ ਨੂੰ ਜਗਾਉਣਾ ਚਾਹੇਗਾ ਤਾਂ ਉਹ ਵੀ ਜਾਗ ਪਵੇਗਾ। ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹ ਇਹ ਰੁਮਾਲ ਸਭ ਪੂਰੀ ਕਰੇਗਾ। ਐਸਾ ਸ਼ਕਤੀਸ਼ਾਲੀ ਰੁਮਾਲ ਲੈ ਕੇ ਸਾਵਣ ਮੱਲ ਨੇ ਉਸ ਨੂੰ ਖੁਸ਼ੀ ਨਾਲ ਜਦ ਸਿਰ ਤੇ ਰੱਖ ਲਿਆ ਤਾਂ ਉਸ ਦੇ ਕਪਾਟ ਖੁੱਲ੍ਹ ਗਏ। ਸਭ ਰਿੱਧਾਂ ਸਿੱਧਾਂ ਉਸ ਅੱਗੇ ਹੱਥ ਜੋੜ ਕੇ ਆ ਖੜੀਆਂ ਹੋਈਆਂ। ਸਾਵਣ ਮੱਲ ਇਹ ਰੁਮਾਲ ਲੈ ਕੇ ਦੂਸਰੇ ਦਿਨ ਤਿਆਰੀ ਕਰਕੇ ਹਰੀਪੁਰ ਜ਼ਿਲ੍ਹਾ ਕਾਂਗੜੇ ਵਿੱਚ ਇੱਕ ਛੋਟੀ ਜਿਹੀ ਜੋ ਰਿਆਸਤ ਹੈ ਉਧਰ ਨੂੰ ਤੁਰ ਪਿਆ ਅਤੇ ਕੁਝ ਦਿਨਾਂ ਉਪਰੰਤ ਹਰੀਪੁਰ ਪਹੁੰਚ ਕੇ ਇੱਕ ਧਰਮਸ਼ਾਲਾ ਵਿੱਚ ਜਾ ਡੇਰਾ ਕੀਤਾ। ਸਾਵਣ ਮੱਲ ਨੇ ਇੱਕ ਦਿਨ ਵੇਖਿਆ ਕਿ ਰਾਜੇ ਦੇ ਮਹਿਲਾਂ ਵਿੱਚ ਬੜਾ ਰੋਣਾ ਪਿੱਟਣਾ ਹੋ ਰਿਹਾ ਸੀ। ਉਸਨੇ ਇੱਕ ਆਦਮੀ ਨੂੰ ਪੁੱਛਿਆ ਕਿ ਇੱਥੇ ਕੀ ਹੋਇਆ ਹੈ, ਲੋਕ ਰੋਂਦੇ ਕਿਉਂ ਹਨ। ਉਸ ਆਦਮੀ ਨੇ ਦੱਸਿਆ ਕਿ ਇਸ ਨਗਰ ਦੇ ਰਾਜੇ ਦਾ ਨੌਜਵਾਨ ਸੁੰਦਰ ਪੁੱਤਰ ਮਰ ਗਿਆ ਹੈ, ਇਸ ਕਰਕੇ ਇਹ ਹਾਹਾਕਾਰ ਹੋ ਰਹੀ ਹੈ। ਇਹ ਗੱਲ ਸੁਣ ਕੇ ਸਾਵਣ ਮੱਲ ਨੇ ਵਿਚਾਰਿਆ ਕਿ ਰਾਜੇ ਨੂੰ ਗੁਰੂ ਘਰ ਦਾ ਸਿੱਖ ਬਣਾਉਣ ਵਾਸਤੇ ਇਹ ਬਹੁਤ ਚੰਗਾ ਅਵਸਰ ਹੈ। ਤਦ ਵਿਚਾਰ ਕਰਕੇ ਸਾਵਣ ਮੱਲ ਰਾਜੇ ਦੇ ਮਹਿਲਾਂ ਵਿੱਚ ਚਲਿਆ ਗਿਆ ਤੇ ਰਾਜੇ ਦੇ ਇੱਕ ਵਜ਼ੀਰ ਨੂੰ ਸੱਦ ਕੇ ਆਖਿਆ ਕਿ ਜੇਕਰ ਰਾਜਾ ਆਪਣੀ ਪ੍ਰਜਾ ਸਹਿਤ ਗੁਰੂ ਨਾਨਕ ਜੀ ਦਾ ਸਿੱਖ ਹੋ ਜਾਵੇ ਤਾਂ ਮੈਂ ਇਸ ਲੜਕੇ ਨੂੰ ਜਿੰਦਾ ਕਰ ਦਿਆਂਗਾ। ਇਹ ਗੱਲ ਜਦ ਵਜ਼ੀਰ ਨੇ ਰਾਜੇ ਨੂੰ ਜਾ ਕੇ ਦੱਸੀ ਤਾਂ ਰਾਜੇ ਨੇ ਕਿਹਾ, ਅਸੀਂ ਗੁਰੂ ਜੀ ਦੇ ਸਾਰੇ ਹੀ ਸਿੱਖ ਬਣ ਜਾਵਾਂਗੇ ਅਤੇ ਹੋਰ ਵੀ ਜੋ ਆਗਿਆ ਕਰੋਗੇ ਅਸੀਂ ਮੰਨਾਂਗੇ। ਉਸ ਗੁਰੂ ਦੇ ਸਿੱਖ ਨੂੰ ਛੇਤੀ ਲੈ ਆਓ, ਉਹ ਸਾਡੇ ਪ੍ਰਾਣਾਂ ਦਾ ਦਾਤਾ ਹੈ, ਸਾਡੇ ਲੜਕੇ ਨੂੰ ਜਿਉਂਦਾ ਕਰ ਦੇਵੇ। ਤਦ ਵਜ਼ੀਰ ਸਾਵਣ ਮੱਲ ਜੀ ਨੂੰ ਰਾਜੇ ਪਾਸ ਲੈ ਗਿਆ। ਰਾਜੇ ਨੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਅਸੀਂ ਸਾਰੇ ਤੁਹਾਡੀ ਆਗਿਆ ਦਾ ਪਾਲਣ ਕਰਾਂਗੇ, ਮੇਰੇ ਲੜਕੇ ਨੂੰ ਜਿਉਂਦਾ ਕਰ ਦਿਓ। ਤਦ ਸਾਵਣ ਮੱਲ ਨੇ ਕਿਹਾ, ਮੁਰਦਾ ਲੜਕੇ ਨੂੰ ਮੇਰੇ ਪਾਸ ਲੈ ਆਵੋ ਤੇ ਆਪ ਲੋਕ ਸਾਰੇ ਧੀਰਜ ਨਾਲ ਚੁੱਪ ਕਰਕੇ ਬੈਠ ਜਾਓ ਅਤੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ, ਰੋਣਾ ਪਿੱਟਣਾ ਬੰਦ ਕਰ ਦਿਓ। ਸਾਵਣ ਮੱਲ ਦੇ ਕਹਿਣ ਅਨੁਸਾਰ ਰਾਜੇ ਨੇ ਮੁਰਦਾ ਲੜਕੇ ਨੂੰ ਉਸ ਦੇ ਪਾਸ ਲਿਆ ਰੱਖਿਆ ਤੇ ਆਪ ਚੁੱਪ ਕਰਕੇ ਪਾਸ ਹੋ ਕੇ ਬੈਠ ਗਿਆ। ਤਦ ਸਾਵਣ ਮੱਲ ਨੇ ਲੜਕੇ ਦੇ ਮੂੰਹ ਤੋਂ ਕੱਪੜਾ ਹਟਾ ਕੇ ਉਸ ਦੇ ਮੂੰਹ ਵਿੱਚ ਰੁਮਾਲ ਦੀ ਇੱਕ ਕੰਨੀ ਜਲ ਵਿੱਚ ਧੋ ਕੇ ਪਾਈ ਅਤੇ ਰੁਮਾਲ ਨੂੰ ਲੜਕੇ ਦੇ ਸਿਰ ਉੱਤੇ ਫੇਰ ਕੇ ਸਤਨਾਮ ਆਖਿਆ ਤਾਂ ਲੜਕੇ ਵਿੱਚ ਜਾਨ ਪੈ ਗਈ ਤੇ ਉੱਠ ਕੇ ਬੈਠ ਗਿਆ। ਰਾਜੇ ਨੇ ਦੌੜ ਕੇ ਲੜਕੇ ਨੂੰ ਗਲ ਨਾਲ ਲਾਇਆ ਤੇ ਰਾਣੀ ਨੇ ਉਸ ਦਾ ਸਿਰ ਮੂੰਹ ਚੁੰਮਿਆ। ਉਪਰੰਤ ਰਾਜਾ ਰਾਣੀ ਦੋਵੇਂ ਹੀ ਸਾਵਣ ਮੱਲ ਦੇ ਚਰਨਾਂ ਤੇ ਪੈ ਗਏ। ਸਾਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਘਰ ਘਰ ਖੁਸ਼ੀਆਂ ਹੋਣ ਲੱਗ ਪਈਆਂ। ਰਾਜੇ ਨੇ ਸਾਵਣ ਮੱਲ ਨੂੰ ਆਪਣੇ ਮਹਿਲਾਂ ਵਿੱਚ ਸੁੰਦਰ ਪਲੰਗ ਤੇ ਬਿਠਾ ਕੇ ਬਹੁਤ ਭੇਟਾਂ ਅਰਪਣ ਕੀਤੀਆਂ ਤੇ ਹੋਰ ਸਾਰੇ ਰਾਜ ਦਰਬਾਰੀਆਂ ਨੇ ਭੇਟਾਂ ਅਰਪਣ ਕਰਕੇ ਨਮਸਕਾਰਾਂ ਕੀਤੀਆਂ।
ਰਾਜਾ, ਵਜ਼ੀਰ ਤੇ ਹੋਰ ਸਾਰੇ ਅਹਿਲਕਾਰ ਸਤਨਾਮ ਦਾ ਉਪਦੇਸ਼ ਲੈ ਕੇ ਗੁਰੂ ਘਰ ਦੇ ਸਿੱਖ ਬਣ ਗਏ ਅਤੇ ਸਾਵਣ ਮੱਲ ਦੀ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਨ ਲੱਗੇ। ਕੁਝ ਦਿਨ ਠਹਿਰ ਕੇ ਸਾਵਣ ਮੱਲ ਨੇ ਰਾਜੇ ਨੂੰ ਆਖਿਆ ਕਿ ਬਿਆਸਾ ਦੇ ਕਿਨਾਰੇ ਗੋਇੰਦਵਾਲ ਇੱਕ ਨਗਰ ਹੈ। ਉੱਥੇ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਗੁਰੂ ਅਮਰਦਾਸ ਜੀ ਇਸ ਸਮੇਂ ਬੈਠੇ ਹੋਏ ਹਨ। ਉੱਥੇ ਆਪਣਾ ਸਿੱਖਾਂ ਦੇ ਘਰਾਂ ਦੀ ਉਸਾਰੀ ਵਾਸਤੇ ਸਾਨੂੰ ਦਿਆਰ ਆਦ ਬਹੁਤ ਲੱਕੜਾਂ ਦੀ ਲੋੜ ਹੈ। ਤੁਸੀਂ ਲੱਕੜਾਂ ਦੇ ਸ਼ਤੀਰਾਂ ਦੇ ਬੇੜੇ ਬੰਨ੍ਹ ਕੇ ਬਿਆਸਾ ਵਿੱਚ ਪਾਈ ਜਾਓ ਅਤੇ ਨਾਲ ਆਪਣੇ ਕੁਝ ਆਦਮੀ ਭੇਜੀ ਜਾਓ ਜੋ ਗੋਇੰਦਵਾਲ ਪਹੁੰਚ ਕੇ ਲੱਕੜਾਂ ਨੂੰ ਕਿਨਾਰੇ ਲਾਈ ਜਾਣ। ਇਹ ਗੱਲ ਸੁਣ ਕੇ ਰਾਜੇ ਨੇ ਬਹੁਤ ਸਾਰੇ ਆਦਮੀ ਲੱਕੜਾਂ ਨੂੰ ਵੱਢਣ ਕੱਟਣ ਤੇ ਬੇੜੇ ਬੰਨ੍ਹ ਕੇ ਦਰਿਆ ਵਿੱਚ ਤਾਰਨ ਵਾਸਤੇ ਲਾ ਦਿੱਤੇ। ਇਸ ਤਰ੍ਹਾਂ ਛੇਤੀ ਹੀ ਬਹੁਤ ਲੱਕੜ ਗੋਇੰਦਵਾਲ ਪਹੁੰਚਣ ਲੱਗ ਪਈ ਅਤੇ ਲੋਕ ਆਪੋ ਆਪਣੀ ਲੋੜ ਅਨੁਸਾਰ ਗੁਰੂ ਜੀ ਤੋਂ ਲੱਕੜਾਂ ਲੈ ਕੇ ਆਪੋ ਆਪਣੇ ਮਕਾਨ ਤੇ ਦੁਕਾਨਾਂ ਉਸਾਰਨ ਲੱਗ ਪਏ। ਜਦ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਸਾਵਣ ਮੱਲ ਨੇ ਸੋਚਿਆ ਗੋਇੰਦਵਾਲ ਵਾਪਸ ਚਲੇ ਜਾਣਾ ਹੀ ਠੀਕ ਹੈ, ਪਰ ਇੱਕ ਗੱਲ ਉੱਥੇ ਚਲੇ ਜਾਣ ਵਿੱਚ ਚਿੰਤਾਜਨਕ ਹੈ ਕਿ ਜਿਸ ਸ਼ਕਤੀਵਾਨ ਰੁਮਾਲ ਕਰਕੇ ਮੇਰੀ ਇਤਨੀ ਮਾਨਤਾ ਹੈ ਤੇ ਮਹਿਮਾ ਹੈ, ਉਹ ਗੁਰੂ ਜੀ ਮੇਰੇ ਪਾਸੋਂ ਲੈ ਲੈਣਗੇ ਤੇ ਫਿਰ ਮੇਰਾ ਸਾਰਾ ਮਾਣ ਜਾਂਦਾ ਰਹੇਗਾ। ਮੇਰੇ ਇੱਥੇ ਰਹਿਣ ਵਿੱਚ ਹੀ ਮੇਰੀ ਵਡਿਆਈ ਹੈ। ਸਾਰੇ ਲੋਕ ਤੇ ਰਾਜਾ ਮੇਰੀ ਬਹੁਤ ਪੂਜਾ ਪ੍ਰਤਿਸ਼ਠਾ ਕਰਦੇ ਹਨ ਅਤੇ ਬਹੁਤ ਪ੍ਰਕਾਰ ਦੇ ਪਦਾਰਥ ਧਨ ਭੇਟਾ ਕਰਦੇ ਹਨ। ਮੈਂ ਗੋਇੰਦਵਾਲ ਜਾ ਕੇ ਲੈਣਾ ਕੀ ਹੈ? ਇਹ ਨਿਸ਼ਚਾ ਕਰਕੇ ਸਾਵਣ ਮੱਲ ਹਰੀਪੁਰ ਹੀ ਰਹਿਣ ਲੱਗ ਪਿਆ। ਜਦ ਇਸ ਗੱਲ ਦਾ ਅੰਤਰਜਾਮੀ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਹੁਕਮਨਾਮਾ ਲਿਖ ਕੇ ਉਸ ਨੂੰ ਵਾਪਸ ਗੋਇੰਦਵਾਲ ਪਹੁੰਚਣ ਵਾਸਤੇ ਆਗਿਆ ਕੀਤੀ। ਪਰ ਸਾਵਣ ਮੱਲ ਨੇ ਕੁਝ ਬਹਾਨਾ ਕਰਕੇ ਲਿਖ ਭੇਜਿਆ ਕਿ ਮੈਨੂੰ ਰਾਜਾ ਇੱਥੋਂ ਜਾਣ ਨਹੀਂ ਦਿੰਦਾ, ਮੈਂ ਕੁਝ ਹੋਰ ਠਹਿਰ ਕੇ ਆਵਾਂਗਾ। ਗੁਰੂ ਜੀ ਨੇ ਉਸ ਦੇ ਮਨ ਦੀ ਗੱਲ ਨੂੰ ਸਮਝ ਕੇ ਵਿਚਾਰਿਆ ਕਿ ਇਸ ਨੂੰ ਸ਼ਕਤੀ ਦਾ ਮਾਣ ਹੋ ਗਿਆ ਹੈ, ਇਸ ਕਰਕੇ ਹੁਣੇ ਹੀ ਇਸ ਨੂੰ ਸੋਧਣਾ ਚਾਹੀਦਾ ਹੈ, ਨਹੀਂ ਤਾਂ ਹੰਕਾਰੀ ਹੋ ਕੇ ਕੁਰਾਹੇ ਪੈ ਜਾਏਗਾ। ਤਦ ਗੁਰੂ ਜੀ ਨੇ ਆਪਣੇ ਮਨ ਵਿੱਚ ਚਿਤਵਨਾ ਕਰਕੇ ਤਤਛਿਨ ਹੀ ਰੁਮਾਲ ਗੋਇੰਦਵਾਲ ਖਿੱਚ ਲਿਆ। ਜਦ ਸਾਵਣ ਮੱਲ ਨੇ ਵੇਖਿਆ ਕਿ ਮੇਰੇ ਪਾਸ ਰੁਮਾਲ ਨਹੀਂ ਰਿਹਾ ਤਾਂ ਬਹੁਤ ਪਛਤਾਇਆ ਕਿ ਮੈਂ ਗੁਰੂ ਜੀ ਦੀ ਆਗਿਆ ਭੰਗ ਕਰਕੇ ਕੁਕਰਮ ਕੀਤਾ ਹੈ। ਇਹ ਨਹੀਂ ਸੀ ਮੈਨੂੰ ਕਰਨਾ ਚਾਹੀਦਾ। 2-4 ਦਿਨ ਇਸ ਤਰ੍ਹਾਂ ਪਛਤਾਵੇ ਵਿੱਚ ਜਦ ਬੀਤ ਗਏ ਤਾਂ ਉਸਨੇ ਸੋਚਿਆ ਕਿ ਮੈਨੂੰ ਗੁਰੂ ਜੀ ਪਾਸ ਜਾ ਕੇ ਮਾਫੀ ਮੰਗਣੀ ਹੀ ਉਚਿਤ ਹੈ। ਗੁਰੂ ਜੀ ਉਦਾਰ ਚਿੱਤ ਹਨ, ਮੇਰੀ ਭੁੱਲ ਬਖਸ਼ ਦੇਣਗੇ। ਇਸ ਵਿਚਾਰ ਅਨੁਸਾਰ ਸਾਵਣ ਮੱਲ ਨੇ ਰਾਜੇ ਨੂੰ ਆਖਿਆ ਕਿ ਤੁਸੀਂ ਪਰਿਵਾਰ ਸਹਿਤ ਮੇਰੇ ਨਾਲ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਲਵੋ। ਗੁਰੂ ਜੀ ਬੜੇ ਦਿਆਲੂ, ਕਿਰਪਾਲੂ, ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ। ਸਾਵਣ ਮੱਲ ਦੀ ਪ੍ਰੇਰਨਾ ਕਰਕੇ ਰਾਜਾ ਤੇ ਉਸ ਦਾ ਵਜ਼ੀਰ ਆਪਣੇ ਪਰਿਵਾਰਾਂ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨੂੰ ਤੁਰ ਪਏ। ਸਨੇ ਚੱਲ ਕੇ ਗੋਇੰਦਵਾਲ ਪਾਸ ਬਿਆਸਾ ਨਦੀ ਦੇ ਕਿਨਾਰੇ ਡੇਰਾ ਕਰ ਦਿੱਤਾ। ਸਭ ਤੋਂ ਪਹਿਲਾਂ ਸਾਵਣ ਮੱਲ ਆਪ ਇਕੱਲਾ ਹੀ ਗੁਰੂ ਜੀ ਪਾਸ ਹਾਜ਼ਰ ਹੋਇਆ ਤੇ ਨਮਸਕਾਰ ਕਰਕੇ ਜਦ ਬੈਠ ਗਿਆ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ, ਸਾਵਣ ਮੱਲ ਇਤਨੀ ਥੋੜੀ ਸ਼ਕਤੀ ਪਾ ਕੇ ਹੀ ਮੂੰਹ ਫੇਰ ਲੈਣਾ ਸੀ। ਤਦ ਸਾਵਣ ਮੱਲ ਨੇ ਹੱਥ ਜੋੜ ਕੇ 3 ਵਾਰ ਆਪਣੀ ਭੁੱਲ ਦੀ ਮਾਫੀ ਮੰਗ ਕੇ ਆਖਿਆ ਕਿ ਮੈਂ ਭੁੱਲਣਹਾਰ ਹਾਂ, ਆਪ ਭੁੱਲਾਂ ਬਖਸ਼ਣ ਵਾਲੇ ਹੋ, ਮੈਨੂੰ ਬਖਸ਼ ਦਿਓ। ਗੁਰੂ ਜੀ ਨੇ ਉਸ ਦੀ ਗੱਲ ਤੇ ਪ੍ਰਸੰਨ ਹੋ ਕੇ ਆਖਿਆ, ਸਾਵਣ ਮੱਲ ਪਹਿਲਾਂ ਤੈਨੂੰ ਰੁਮਾਲ ਵਿੱਚ ਸ਼ਕਤੀ ਦਿੱਤੀ ਸੀ, ਹੁਣ ਤੇਰੇ ਵਾਕ ਵਿੱਚ ਤੈਨੂੰ ਸ਼ਕਤੀ ਦਿੰਦੇ ਹਾਂ। ਤੂੰ ਰਾਜ ਗੁਰੂ ਹੀ ਬਣਿਆ ਰਹੋ, ਪਰ ਗੁਰੂ ਘਰ ਨੂੰ ਕਦੀ ਭੁੱਲੀ ਨਾ। ਆਪਾ ਕਦੀ ਨਾ ਜਤਲਾਉਣਾ, ਸਭ ਭੂਤ ਪ੍ਰੇਤ ਆਦਿ ਤੇਰੇ ਅਧੀਨ ਰਹਿਣਗੇ। ਤੂੰ ਹੰਕਾਰ ਕਰਕੇ ਭਗਤੀ ਮਾਰਗ ਤੋਂ ਦੂਰ ਹੋ ਗਿਆ ਸੀ, ਜਿਸ ਕਰਕੇ ਤੇਰੇ ਸੁਧਾਰ ਵਾਸਤੇ ਤੈਨੂੰ ਸ਼ਕਤੀਹੀਨ ਕਰਕੇ ਗੁਰਮੁਖ ਮਾਰਗ ਤੇ ਤੋਰਿਆ ਹੈ। ਸਤਨਾਮ ਦਾ ਸਿਮਰਨ ਕਰਦੇ ਰਹਿਣਾ। ਦੋਹਾਂ ਲੋਕਾਂ ਦੇ ਸੁੱਖ ਦੀ ਦਾਤ ਲੈ ਕੇ ਸਾਵਣ ਮੱਲ ਬੜਾ ਪ੍ਰਸੰਨ ਹੋ ਗਿਆ। ਉਪਰੰਤ ਬੇਨਤੀ ਕੀਤੀ ਕਿ ਮਹਾਰਾਜ, ਰਾਜਾ ਆਪਣੇ ਪਰਿਵਾਰ ਤੇ ਵਜ਼ੀਰਾਂ ਅਮੀਰਾਂ ਸਹਿਤ ਬੜੀ ਸ਼ਰਧਾ ਨਾਲ ਆਪ ਜੀ ਦੇ ਦਰਸ਼ਨ ਕਰਨ ਆਇਆ ਹੋਇਆ ਹੈ। ਜੇ ਹੁਕਮ ਕਰੋ ਤੇ ਉਸ ਨੂੰ ਸੱਦ ਲਿਆਵਾਂ। ਗੁਰੂ ਜੀ ਨੇ ਕਿਹਾ, ਰਾਜਾ ਆਪਣੇ ਸਾਥੀਆਂ ਸਹਿਤ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਫੇਰ ਸਾਡੇ ਪਾਸ ਕੇਵਲ ਪੁਰਸ਼ ਲੈ ਕੇ ਹੀ ਆਵੇ, ਇਸਤਰੀ ਕੋਈ ਨਾ ਆਵੇ। ਇਹ ਬਚਨ ਸੁਣ ਕੇ ਸਾਵਣ ਮੱਲ ਨੇ ਕਿਹਾ, ਮਹਾਰਾਜ, ਰਾਜੇ ਦੀਆਂ ਰਾਣੀਆਂ ਬੜੀ ਸ਼ਰਧਾ ਕਰਕੇ ਆਪ ਜੀ ਦੇ ਦਰਸ਼ਨ ਕਰਨ ਆਈਆਂ ਹਨ, ਉਹਨਾਂ ਦੀ ਇੱਛਾ ਵੀ ਆਪ ਪੂਰੀ ਕਰੋ। ਜੇ ਉਹ ਨਿਰਾਸ਼ ਹੋ ਕੇ ਜਾਣਗੀਆਂ ਤਾਂ ਬਹੁਤ ਦੁੱਖ ਪ੍ਰਤੀਤ ਕਰਨਗੀਆਂ, ਇਸ ਕਰਕੇ ਆਗਿਆ ਕਰੋ ਕਿ ਰਾਣੀਆਂ ਵੀ ਆਣ ਕੇ ਦਰਸ਼ਨ ਕਰ ਲੈਣ। ਤਦ ਗੁਰੂ ਜੀ ਨੇ ਫਰਮਾਇਆ ਕਿ ਸਭ ਰਾਣੀਆਂ ਤੇ ਦਾਸੀਆਂ ਚਿੱਟੇ ਕੱਪੜੇ ਪਹਿਨ ਕੇ ਹੀ ਸਾਡੇ ਪਾਸ ਆਉਣ। ਰੰਗਦਾਰ ਕੱਪੜਾ ਕੋਈ ਪਹਿਨ ਕੇ ਨਾ ਆਵੇ ਅਤੇ ਨਾ ਹੀ ਕੋਈ ਮੂੰਹ ਤੇ ਕੱਪੜਾ ਲੈ ਕੇ ਆਵੇ। ਜਦ ਇਹ ਸਾਰੀ ਵਾਰਤਾ ਸਾਵਣ ਮੱਲ ਨੇ ਰਾਜੇ ਨੂੰ ਜਾ ਕੇ ਦੱਸੀ ਤਾਂ ਰਾਜਾ ਗੁਰੂ ਜੀ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਦਰਸ਼ਨ ਕਰਨ ਵਾਸਤੇ ਤਿਆਰ ਹੋ ਗਿਆ।
ਸਭ ਨੇ ਚਿੱਟੇ ਵਸਤਰ ਪਹਿਨ ਲਏ ਅਤੇ ਯਥਾ ਸ਼ਕਤ ਭੇਟਾ ਲੈ ਕੇ ਤੁਰ ਪਏ। ਸਭ ਨੇ ਲੰਗਰ ਵਿੱਚੋਂ ਪ੍ਰਸ਼ਾਦ ਛਕਿਆ ਤੇ ਫਿਰ ਗੁਰੂ ਜੀ ਦੇ ਹਾਜ਼ਰ ਹੋਏ। ਭੇਟਾ ਰੱਖ ਕੇ ਅਤੇ ਮੱਥਾ ਟੇਕ ਕੇ ਜਦ ਸਾਰੇ ਪੁਰਸ਼ ਪਿੱਛੇ ਹਟ ਕੇ ਬੈਠ ਗਏ ਤਾਂ ਫਿਰ ਰਾਣੀਆਂ ਮੱਥਾ ਟੇਕਣ ਵਾਸਤੇ ਆਈਆਂ, ਜਿਨ੍ਹਾਂ ਵਿੱਚੋਂ ਇੱਕ ਨਵੀਂ ਵਿਆਹੀ ਰਾਣੀ ਨੇ ਸ਼ਰਮ ਕਰਕੇ ਆਪਣੇ ਮੂੰਹ ਤੇ ਕੱਪੜਾ ਲੈ ਲਿਆ। ਉਸ ਨੂੰ ਵੇਖ ਕੇ ਗੁਰੂ ਜੀ ਨੇ ਸੁਭਾਵਕ ਹੀ ਬਚਨ ਕੀਤਾ ਕਿ ਇਹ ਕਮਲੀ ਕਿਸ ਵਾਸਤੇ ਆਈ ਹੈ ਜਿਸ ਨੂੰ ਸਾਡੇ ਦਰਸ਼ਨ ਨਹੀਂ ਭਾਉਂਦੇ ਸਨ। ਆਪ ਜੀ ਦੇ ਇਸ ਬਚਨ ਨਾਲ ਹੀ ਰਾਣੀ ਨੇ ਤਤਸ਼ਿਨ ਹੀ ਸੁੱਧ ਬੁੱਧ ਭੁੱਲ ਕੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਬਾਹਰ ਦੌੜ ਗਈ। ਰਾਜਾ ਹਰੀਪੁਰ ਇਹ ਕੌਤਕ ਵੇਖ ਕੇ ਬੜਾ ਡਰ ਕਰਕੇ ਹੈਰਾਨ ਪਰੇਸ਼ਾਨ ਹੋ ਗਿਆ। ਗੁਰੂ ਜੀ ਦੇ ਬਚਨਾਂ ਉੱਤੇ ਉਸ ਦੀ ਬਹੁਤ ਸ਼ਰਧਾ ਵੱਧ ਗਈ। ਉਪਰੰਤ ਕੁਝ ਦਿਨ ਠਹਿਰ ਕੇ ਜਦ ਰਾਜਾ ਵਾਪਸ ਹਰੀਪੁਰ ਨੂੰ ਜਾਣ ਲੱਗਾ ਤਾਂ ਗੁਰੂ ਜੀ ਨੇ ਕਿਹਾ, ਰਾਜਨ, ਆਪਣੇ ਗੁਰੂ ਸਾਵਣ ਮਲ ਨੂੰ ਨਾਲ ਲੈ ਜਾਓ, ਇਹ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰੇਗਾ। ਇਸ ਤੇ ਸ਼ਰਧਾ ਰੱਖਣੀ। ਗੁਰੂ ਜੀ ਦੀ ਆਗਿਆ ਅਨੁਸਾਰ ਸਾਵਣ ਮਲ ਨੂੰ ਨਾਲ ਲੈ ਕੇ ਰਾਜਾ ਵਾਪਸ ਹਰੀਪੁਰ ਚਲਿਆ ਗਿਆ। ਇਸ ਉਪਰੰਤ ਸਾਵਣ ਮਲ ਨੇ ਹਰੀਪੁਰ ਹੀ ਨਿਵਾਸ ਕਰ ਲਿਆ ਤੇ ਕਦੀ-ਕਦੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਆ ਜਾਂਦਾ ਸੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।